Very good morning, students. Our today's topic is most probable combination. As we know, in case of most probable combination, we have n similar coins and they are tossed many times, as we know that. So the value of NCR will be n factorial divided by r factorial into n minus r, which is maximum if we going to put r is equal to n by 2 and we know that n is even number. That means the maximum probability is given by, as we know that maximum probability ਨੂੰ ਆਪਾਂ ਡਿਨੋਟ ਕਰਦੇ ਹਾਂ p maximum ਦੇ ਨਾਲ, ਰਾਈਟ। ਜੇ ਇੱਥੇ ਆਪਾਂ r ਦੀ ਜਗ੍ਹਾ ਤੇ n by 2 ਸਪੋਜ਼ ਕਰੋ ਵੈਲਿਊ ਸਬਸਟੀਟਿਊਟ ਕਰਦੇ ਹਾਂ ਤੇ ਆਪਣੇ ਕੋਲੇ ਕੰਬੀਨੇਸ਼ਨ ਕੀ ਬਣੇਗਾ, n ਫੈਕਟੋਰੀਅਲ r ਦੀ ਜਗ੍ਹਾ ਤੇ ਕੀ ਆ ਜਾਊਗਾ n by 2 ਫੈਕਟੋਰੀਅਲ, ਇੱਥੇ ਵੀ ਕੀ ਆਊਗਾ n by 2 ਫੈਕਟੋਰੀਅਲ। ਜਦ ਕਿ ਅਸੀਂ ਕਹਿ ਰਹੇ ਹਾਂ n ਆਪਣੇ ਕੋਲ ਕੀ ਹੈ ਈਵਨ ਨੰਬਰ, ਠੀਕ ਹੈ। ਦੈਟ ਮੀਨਸ ਇਹ ਕੀ ਬਣ ਗਿਆ, क्रॉस मल्टीप्लाई होएगा 1 × 2 रेज़ टू पावर n ਦੇ ਨਾਲ, ठीक है। ਆਪਾਂ ਇਹਨੂੰ ਸੋਲਵ ਕਰਨਾ, ਇੱਥੇ ਆਪਾਂ ਨੂੰ ਪਤਾ n by 2 ਫੈਕਟੋਰੀਅਲ n by 2 ਫੈਕਟੋਰੀਅਲ, ਇਹਦਾ ਮਤਲਬ ਇਹ ਬਣ ਸਕਦਾ ਹੈ n by 2 ਫੈਕਟੋਰੀਅਲ ਹੋਲ ਸਕੁਆਇਰ। ਦੈਟ ਮੀਨਸ ਪ੍ਰੋਬੇਬਿਲਿਟੀ ਫॉर ਮੈਕਸਿਮਮ ਸਟੇਟ ਕੀ ਬਣੂਗੀ n ਫੈਕਟੋਰੀਅਲ ਡਿਵਾਈਡਡ ਬਾਈ n by 2 ਫੈਕਟੋਰੀਅਲ ਹੋਲ ਸਕੁਆਇਰ ਇੰਟੂ 1 by 2 रेज़ टू पावर n। ਆ ਫੈਕਟਰ ਆਪਣੇ ਕੋਲ ਐਜ਼ ਇਟ ਇਜ਼ ਹੀ ਆਈ ਜਾਏਗਾ, ਠੀਕ ਹੈ, ਅਕੋਰਡਿੰਗ ਟੂ ਫਾਰਮੂਲਾ। ਫਿਰ ਆਪਾਂ ਕਹਿੰਦੇ ਹਾਂ ਕਿ ਜੇ ਆਪਾਂ एक एग्जाम्पल करते हैं इस चीज़ की कि मान लो अपने को 6 सिमिलर कॉइनस ने जिन्होंने आप टॉस करते हैं लार्ज नंबर ऑफ टाइम्स से, राइट। कैलकुलेट करनी है आप प्रॉबेबिलिटी मोस्ट प्रॉबेबल कॉम्बीनेशन के लिए। सो अपने को फॉर्मूला जो कि आप हुणे ड्राइव किया उन्होंने आप लिखते हैं पहले, वो काहदा फॉर्मूला मैक्सिमम प्रॉबेबिलिटी का। प्रॉबेबिलिटी पी नाल डिनोट करते हैं, मैक्सिमम मैक्स लिखा है पी मैक्स, ठीक है। सो दैट इज़ पी मैक्स इज इक्वल टू n फैक्टोरियल डिवाइडेड बाय n by 2 फैक्टोरियल होल स्क्वायर इंटू 1 रेज़ टू पावर 2 n। ਆਪਾਂ ਕਿਹਾ 6 ਸਿਮਿਲਰ ਕੋਇਨਸ ਨੂੰ ਟੌਸ ਕਰਨਾ, ਦੈਟ ਮੀਨਸ n ਦੀ ਵੈਲਿਊ ਕਿੰਨੀ ਗਿਵਨ ਹੈ ਫਿਰ 6, ਠੀਕ ਹੈ। ਸੋ ਪ੍ਰੋਬੇਬਿਲਿਟੀ ਕੀ ਬਣੇਗੀ ਆਪਣੇ ਕੋਲ 6 ਫੈਕਟੋਰੀਅਲ, ਇੱਥੇ ਆ ਰਿਹਾ n by 2 ਤੇ ਬਣਨਾ ਕੀ ਚਾਹੀਦਾ ਸੀ 6 by 2 ਤੇ 6 ਨੂੰ 2 ਦੇ ਟੇਬਲ ਤੇ ਆਪਾਂ ਕਰੀਏ 3 2 ਜਾਂ 6 ਹੁੰਦੇ ਆ, ਦੈਟਸ ਵਾਈ ਮੈਂ ਇੱਥੇ 3 ਲਿਖਤਾ ਡਾਇਰੈਕਟ, ਠੀਕ ਹੈ। ਇਹ ਬਣ ਗਿਆ 3 ਫੈਕਟੋਰੀਅਲ ਹੋਲ ਸਕੁਆਇਰ ਇੰਟੂ 1 2 ਰੇਜ਼ ਟੂ ਪਾਵਰ n ਦੀ ਜਗ੍ਹਾ ਤੇ ਵੀ ਕੀ ਆ ਜਾਏਗਾ ਫਿਰ ਆਪਣੇ ਕੋਲ 6। ਹੁਣ ਆਪਾਂ ਇਹਨੂੰ ਸੋਲਵ ਕਰਨਾ ਹੈ। ਸਭ ਤੋਂ ਪਹਿਲੇ ਇਸ ਫੈਕਟਰ ਨੂੰ ਸੋਲਵ ਕਰ ਲੈਂਦੇ ਹਾਂ, 2 ਨਾਲ ਹੀ ਮਲਟੀਪਲਾਈ ਕਰਨਾ, 6 ਟਾਈਮਸ ਵੀ ਗੋਟ 64, ਸੋ 1 ਐਜ਼ ਇਟ ਇਜ਼ ਹੀ ਆਈ ਜਾਏਗਾ, 1/64 ਇੱਧਰ ਹੈ ਗਿਆ। ਹੁਣ ਆਪਾਂ 6 ਫੈਕਟੋਰੀਅਲ ਨੂੰ ਪਹਿਲੇ ਓਪਨ ਕਰਦੇ ਹਾਂ, ਫੈਕਟੋਰੀਅਲ ਨੋਟੇਸ਼ਨ ਆਪਾਂ ਨੂੰ ਲਿਖਣੀ ਆਉਂਦੀ ਆ, ਠੀਕ ਆ। ਆਪਾਂ ਲਿਖਦੇ ਹਾਂ 6 × 5 4 × 3 ਫੈਕਟੋਰੀਅਲ ਤੱਕ ਰਹਿਣ ਤੱਕ, ਕਿਉਂ ਕਿਉਂਕਿ ਨੀਚੇ ਵੀ ਆਪਣੇ ਕੋਲ 3 ਫੈਕਟੋਰੀਅਲ ਦਾ ਹੋਲ ਸਕੁਆਇਰ ਆ। ਇਹਨੂੰ ਇੱਥੇ ਤੱਕ ਕਿਉਂ ਰੋਕਦੇ ਹਾਂ, ਤਾਂ ਕਿ ਆਪਣੇ ਕੋਲ ਇੱਕ ਟਰਮ ਸਿੱਧੀ ਕੈਂਸਲ ਹੋ ਜਾਏ, ਸਿਰਫ ਇੱਕ ਨੂੰ ਓਪਨ ਕਰਨ ਦੀ ਲੋੜ ਪਵੇ, ਠੀਕ ਹੈ। ਸੋ ਜਦੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਬਣਨਾ 3 × 2 × 1, ਇੱਕ ਇੱਥੇ ਸਕੇਅਰ ਸੀਗਾ ਇੰਟੂ 3 ਫੈਕਟੋਰੀਅਲ। ਹੁਣ ਆ ਕੀ ਆ 3 ਫੈਕਟੋਰੀਅਲ ਦੇ ਨਾਲ 3 ਫੈਕਟੋਰੀਅਲ ਕੈਂਸਲ ਹੋ ਜਾਏਗਾ, ਠੀਕ ਆ। ਇਸ ਟਰਮ ਨੂੰ ਸੋਲਵ ਕਰੋਗੇ 64 ਆ ਗਿਆ ਆਪਣੇ ਕੋਲ। ਜੋ ਟਰਮਸ ਆਪਣੇ ਕੋਲ ਬਚਦੀਆਂ ਨੇ ਜੇ ਆਪਾਂ ਉਹਨਾਂ ਨੂੰ ਮਲਟੀਪਲਾਈ ਕਰਦੇ ਹਾਂ 5 4 ਜਾਂ 20 20 ਇੰਟੂ 1 20 ਰਹਿ ਗਿਆ, ਠੀਕ ਹੈ। ਸਿਮਿਲਰਲੀ ਇੱਧਰ ਆ ਗਿਆ 64। ਹੁਣ ਆਪਾਂ ਇਹਨਾਂ ਦੀ ਕਟਿੰਗ ਕਰਦੇ ਹਾਂ 2 ਦੇ ਟੇਬਲ 'ਤੇ, ਠੀਕ ਆ। ਇੱਥੇ ਕਿੰਨਾ ਆ ਗਿਆ 16, ਇੱਥੇ ਕਿੰਨਾ ਆ ਗਿਆ 5, ਜਾਂ ਫਿਰ 4 ਦੇ ਟੇਬਲ 'ਤੇ ਕਰ ਦਿਓ ਤਾਂ ਵੀ ਇੱਥੇ ਕਿੰਨਾ ਆ ਜਾਊਗਾ 5 4 ਜਾਂ 20 16 5 ਜਾਂ 64, ਠੀਕ ਹੈ। ਇਹ ਹੋ ਗਿਆ ਆਪਣੇ ਕੋਲ ਇੱਕ ਕੇਸ। ਸੈਕਿੰਡ ਆਪਾਂ ਕੰਸੀਡਰ ਕਰਦੇ ਹਾਂ ਕਿ ਪ੍ਰੋਬੇਬਿਲਿਟੀ ਅਸੀਂ ਫਾਈਂਡ ਆਊਟ ਕਰਨੀ ਹੈ ਲੀਸਟ ਪ੍ਰੋਬੇਬਲ ਕੰਬੀਨੇਸ਼ਨ ਦੀ। ਉਹ ਸੀ ਕਿ ਮੈਕਸੀਮਮ ਸਟੇਟ ਮੋਸਟ ਪ੍ਰੋਬੇਬਲ ਕੇਸ, ਲੀਸਟ ਦੇ ਲਈ ਆਪਾਂ ਕੀ ਲਿਖਾਂਗੇ ਫਿਰ ਪੀ ਮਿਨੀਮਮ, ਠੀਕ ਹੈ। ਪੀ ਮਿਨੀਮਮ ਦੇ ਲਈ ਆਪਣੇ ਕੋਲ ਇੱਕ ਹੀ ਫਾਰਮੂਲਾ ਹੁੰਦਾ ਹੈ 1 ਡਿਵਾਈਡਡ ਬਾਈ 2 ਰੇਜ਼ ਟੂ ਪਾਵਰ n। ਆਪਾਂ ਨੂੰ ਪਤਾ n ਦੀ ਵੈਲਿਊ ਗਿਵਨ ਹੈ 6, ਠੀਕ ਹੈ। ਸੋ ਇਹ ਕੀ ਬਣੂਗਾ 1 ਡਿਵਾਈਡਡ ਬਾਈ 2 ਰੇਜ਼ ਟੂ ਪਾਵਰ 6। ਜਦੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ 2 ਨੂੰ 2 ਨਾਲ ਮਲਟੀਪਲਾਈ ਕਰਨਾ, 6 ਟਾਈਮਸ ਵੀ ਗੋਟ 64, ਦੈਟ ਮੀਨਸ ਆਨਸਰ ਕੀ ਬਣਨਾ ਚਾਹੀਦਾ ਫਿਰ 1 ਡਿਵਾਈਡਡ ਬਾਈ 64, ਰਾਈਟ। ਨੈਕਸਟ ਆਪਣੇ ਕੋਲ ਇੱਕ ਨੂਮੈਰੀਕਲ ਦੀ ਸਟੇਟਮੈਂਟ ਹੈ ਜਿਹਦੇ 'ਚ ਆਪਾਂ ਬੋਲਦੇ ਹਾਂ ਕਿ ਇਨ ਅ ਸਿਸਟਮ ਆਫ 8 ਡਿਸਟਿੰਗੁਇਸ਼ੇਬਲ ਪਾਰਟੀਕਲ ਦੀ ਪਾਰਟੀਕਲਸ ਆਰ ਡਿਸਟਰੀਬਿਊਟਡ ਇਨ ਕੰਪਾਰਟਮੈਂਟ ਵਿਦ ਇਕੁਅਲ ਪ੍ਰਿਓਰੀ ਪ੍ਰੋਬੇਬਿਲਿਟੀ, ਕੈਲਕੂਲੇਟ ਦੀ ਪ੍ਰੋਬੇਬਿਲਿਟੀਜ਼ ਆਫ ਮੈਕਰੋਸਟੇਟ 4/4। ਆਪਾਂ ਨੂੰ ਪ੍ਰੋਬੇਬਲ ਡਿਸਟਰੀਬਿਊਸ਼ਨ ਦਿੱਤੀ ਹੈ, ਪਹਿਲੇ ਤਾਂ ਆਪਾਂ ਨੂੰ ਬੋਲੇ ਕਿ 8 ਡਿਸਟਿੰਗੁਇਸ਼ੇਬਲ ਪਾਰਟੀਕਲ ਆ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਡਿਸਟਰੀਬਿਊਟ ਕਰਨਾ ਅਲੱਗ-ਅਲੱਗ ਕੰਪਾਰਟਮੈਂਟਸ ਦੇ ਵਿੱਚ, ਬਟ ਉਹਨਾਂ ਦੀ ਪ੍ਰੋਬੇਬਿਲਿਟੀ ਜਿਹੜੀ ਉਹ ਇਕੁਅਲ ਹੋਵੇ। ਇੱਕ ਸਟੇਟ ਸਾਨੂੰ ਗਿਵਨ ਹੈ, ਠੀਕ ਹੈ, ਆਪਾਂ ਉਹਦੀ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਨੀ ਹੈ। ਇਹ ਸੀਗੀ ਸਟੇਟਮੈਂਟ। ਸੋਲਿਊਸ਼ਨ 'ਤੇ ਆਪਾਂ ਪਹੁੰਚਦੇ ਹਾਂ। ਐਜ਼ ਵੀ ਨੋ ਦੈਟ ਪ੍ਰੋਬੇਬਿਲਿਟੀ ਆਫ ਡਿਸਟਰੀਬਿਊਸ਼ਨ ਨੂੰ ਆਪਾਂ ਲਿਖਦੇ ਹਾਂ n1 ਇੰਟੂ n2, ਠੀਕ ਹੈ। ਫਿਰ ਆਪਾਂ ਪ੍ਰੋਬੇਬਿਲਿਟੀ ਨੂੰ ਕੀ ਲਿਖਦੇ ਹਾਂ p, ਦੈਟ ਮੀਨਸ ਹੋ ਗਿਆ p ਇੰਟੂ n1, n2। ਫਾਰਮੂਲੇ 'ਚ ਪੁੱਟ ਕਰਦੇ ਹਾਂ n ਫੈਕਟੋਰੀਅਲ ਡਿਵਾਈਡਡ ਬਾਈ, ਇੱਥੇ ਕੀ ਆਊਗਾ n1 ਫੈਕਟੋਰੀਅਲ ਇੰਟੂ n2 ਫੈਕਟੋਰੀਅਲ ਇੰਟੂ 1/2 ਰੇਜ਼ ਟੂ ਪਾਵਰ n। ਹੁਣ ਸਾਨੂੰ ਫਾਰਮੂਲੇ 'ਚ ਗਿਵਨ ਹੈ ਕਿਹੜੀ ਮੈਕਰੋਸਟੇਟ ਦੀ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਨੀ ਹੈ 4/4 ਦੀ।
फिर आप लिखांगे फॉर मैक्रोस्टेट 4 इंटू 4 ਇਹਦਾ मतलब N1 ਦੀ ਵੈਲਿਊ ਕਿੰਨੀ ਹੈ 4, N2 ਦੀ ਵੈਲਿਊ ਕਿੰਨੀ ਹੈ 4 ਤੇ ਜੇ ਮੈਂ N ਦੀ ਵੈਲਿਊ ਕੱਢਣੀ ਹੋਵੇ ਤੇ ਉਹ ਕੀ ਹੁੰਦਾ N1 ਇੰਟੂ N2 ਯਾਨੀ ਕਿ ਦੋਵੇਂ ਮਲਟੀਪਲਾਈ ਹੋਣਗੇ ਤੇ ਉਹ ਕੀ ਬਣ ਗਿਆ ਫਿਰ 8। ਠੀਕ ਹੈ ਜੀ। ਸੋ ਫਿਰ ਆਪਾਂ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਦੇ ਹਾਂ। ਉਹ ਬਣ ਗਿਆ P 4/4 ਇਜ਼ ਇਕੁਅਲ ਟੂ ਇੱਥੇ ਵੈਲਿਊ ਪਹਿਲੇ ਸਬਸਟੀਟਿਊਟ ਕਰ ਲਈ ਆਪਾਂ N ਦੀ ਜਗ੍ਹਾ ਤੇ। ठीक है N फैक्टोरियल है तो N कितना 8 इतने क्या होगा फिर 8 फैक्टोरियल। नीचे की है N1 फैक्टोरियल वो कितना गिवन है 4 इतने क्या होगा 4 फैक्टोरियल। सिमिलरली N2 की वैल्यू कितनी है 4 वो क्या होगा 4 फैक्टोरियल इंटू 1 डिवाइडेड बाय 2 रेज़ टू पावर 8 राइट। हुण आपां इहनूं सॉल्व करना पहले 8 फैक्टोरियल ओपन करते हैं बनेगा 8 क्रॉस 7 6 5 इतने आ गया 4 फैक्टोरियल। ਅੱਗੇ ਓਪਨ ਨਹੀਂ ਕੀਤਾ ਕਿਉਂਕਿ ਨੀਚੇ ਵੀ ਆਪਣੇ ਕੋਲ ਡਿਨੋਮੀਨੇਟਰ 'ਚ 4 ਫੈਕਟੋਰੀਅਲ ਹੈਗਾ ਤਾਂ ਕਿ ਆਪਾਂ ਇਹਨੂੰ ਕੈਂਸਲ ਕਰ ਸਕੀਏ ਰਾਈਟ। ਇਹਨੂੰ ਮੈਂ ਐਜ਼ ਇਟ ਇਜ਼ ਹੀ ਲਿਖਤਾ। ਇਹਨੂੰ ਆਪਾਂ ਓਪਨ ਕਰਦੇ ਹਾਂ ਬਣੇਗਾ 4 3 2 1। ਅੱਗੇ ਕੀ ਜਦੋਂ ਆਪਾਂ ਫਰਦਰ ਸੋਲਵਿੰਗ ਕਰਦੇ ਹਾਂ 4 ਨਾਲ 4 ਕੈਂਸਲ ਹੋ ਜਾਏਗਾ ਠੀਕ ਆ। ਇਹਨਾਂ ਨੂੰ ਆਪਾਂ ਮਲਟੀਪਲਾਈ ਕਰਾਂਗੇ ਬਣੂਗਾ 1 ਡਿਵਾਈਡਡ ਬਾਈ 256। ਇਹਨੂੰ ਜਦੋਂ ਆਪਾਂ 2 ਨੂੰ 8 ਟਾਈਮਸ ਮਲਟੀਪਲਾਈ ਕਰਦੇ 2 ਨਾਲ ਉਹ ਕੀ ਬਣ ਗਿਆ 256 ਠੀਕ ਆ। ਇੱਧਰ ਆਪਾਂ ਸਭ ਨੂੰ ਮਲਟੀਪਲਾਈ ਕੀਤਾ ਹੈ ਕਿ ਬਣ ਗਿਆ 70 ਡਿਵਾਈਡਡ ਬਾਈ 256। 2 ਦੇ ਟੇਬਲ 'ਤੇ ਕਟਿੰਗ ਕਰਦੇ ਹਾਂ ਦੀ ਠੀਕ ਹੈ। 128 ਨੂੰ 2 ਨਾਲ ਮਲਟੀਪਲਾਈ ਕਰੋ 256 ਹੁੰਦਾ ਤੇ 35 2 ਜਾਂ ਕਿੰਨੇ ਹੋ ਗਏ 70। ਦੈਟ ਮੀਨਸ ਆਨਸਰ ਕਿੰਨਾ ਬਣ ਗਿਆ ਫਿਰ ਆਪਣੇ ਕੋਲ 35 ਡਿਵਾਈਡਡ ਬਾਈ 120। ਇਹ ਕੀ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ 4/4 ਮੈਕਰੋਸਟੇਟ ਦੀ। ਠੀਕ ਹੈ ਜੀ। ਹੋਪ ਸੋ ਤੁਹਾਨੂੰ ਕਲੀਅਰ ਹੋਊਗਾ। ਥੈਂਕ ਯੂ।